Welcome students to my YouTube channel Classes with Paranjit Kaur. Today we will read a lesson Poli which is in 10 plus 2 English book Punjab School Education Board and also in 10th class CBSE. Book name is Footprints Without Feet. Lesson name है Poli which is written by K.A. Abbas. ਤਾਂ ਬੱਚੇ ਜਿਹੜਾ ਤੁਹਾਡਾ ਲੈਸਨ ਹੈ +2 ਦੀ ਜਰਨਲ ਇੰਗਲਿਸ਼ ਦੀ ਬੁੱਕ ਦੇ ਵਿੱਚ 3rd ਚੈਪਟਰ ਹੈ ਔਰ 10th ਕਲਾਸ CBSE ਦੇ ਬੱਚਿਆਂ ਦੇ ਫੁੱਟਪ੍ਰਿੰਟਸ ਵਿਦਆਊਟ ਫੀਟ ਬੁੱਕ ਦੇ ਵਿੱਚ 9th ਚੈਪਟਰ ਹੈ ਜਿਹੜਾ ਅਸੀਂ ਪੜ੍ਹਨ ਜਾ ਰਹੇ ਹਾਂ ਭੋਲੀ। ਬੱਚੇ ਪਹਿਲਾਂ ਉਹਦੇ ਬਾਰੇ ਮੈਂ ਦੱਸਾਂ ਤੁਹਾਨੂੰ ਭੋਲੀ ਕੌਣ ਸੀਗੀ। ਭੋਲੀ ਇੱਕ ਲੜਕੀ ਦਾ ਨਾਮ ਹੈ ਜਿਹੜੀ ਕਿ ਬਚਪਨ ਦੇ ਵਿੱਚ ਇੱਕ ਬੈਕਵਰਡ ਚਾਈਲਡ ਸੀਗੀ ਬਟ ਜਦੋਂ ਉਹ ਸਕੂਲ ਜਾਂਦੀ ਹੈ ਤਾਂ ਉਹਦੀ ਟੀਚਰ ਹੈ ਜਿਹੜੀ ਉਹਦੇ ਅੰਦਰ ਇੰਨਾ ਕੁ ਕੌਨਫੀਡੈਂਸ ਪੈਦਾ ਕਰ ਦਿੰਦੀ ਹੈ, ਇਨਕਰੇਜਮੈਂਟ ਦੇ ਨਾਲ ਉਹਦੇ ਵਿੱਚ ਕੌਨਫੀਡੈਂਸ ਆ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਜੋ ਵੀ ਲਾਈਫ ਦੇ ਆਪਣੇ ਫੈਸਲੇ ਹੈ ਉਹ ਕਰਨ ਲਈ ਏਬਲ ਹੋ ਜਾਂਦੀ ਹੈ। ਤਾਂ ਭੋਲੀ ਦਾ ਜਿਹੜਾ ਅਸਲੀ ਨਾਮ ਹੈ ਰਾਜੇ ਉਹ ਸੁਲੇਖਾ ਹੈ। ਸਾਰੇ ਉਹਨੂੰ ਭੋਲੀ ਭੋਲੀ ਕਹਿ ਕੇ ਬੁਲਾਉਂਦੇ ਆ ਪਰ ਉਹਦਾ ਨਾਮ ਕੀ ਹੈ? ਸੁਲੇਖਾ ਹੈ। ਸੁਲੇਖਾ ਜਿਹੜੀ ਉਹ ਨੰਬਰਦਾਰ ਰਾਮ ਲਾਲ ਦੀ ਬੇਟੀ ਹੈ ਰਾਜੇ, ਡਾਟਰ ਹੈ ਦੀ ਨੰਬਰਦਾਰ ਰਾਮ ਲਾਲ ਦੀ। ਨੰਬਰਦਾਰ ਰਾਮ ਲਾਲ ਦੇ 7 ਚਿਲਡਰਨ ਸੀ, 3 ਸਨਸ ਐਂਡ 4 ਡਾਟਰਸ। 4 ਡਾਟਰਸ ਦੇ ਵਿੱਚ ਰਾਧਾ ਸਭ ਤੋਂ ਵੱਡੀ ਬੇਟੀ ਸੀ ਉਹਦੀ, ਉਸ ਤੋਂ ਬਾਅਦ ਮੰਗਲਾ, ਦੈਨ ਚੰਪਾ ਐਂਡ ਦੈਨ ਸੁਲੇਖਾ। 4 ਡਾਟਰਸ ਸੀਗੀਆਂ ਉਹਦੀਆਂ। ਔਰ ਉਸ ਤੋਂ ਬਾਅਦ ਇੱਕ ਕਰੈਕਟਰ ਹੈ ਉਹਦੇ ਵਿੱਚ ਬਿਸ਼ੰਬਰ ਨਾਥ ਜਿਹੜਾ ਕਿ ਗ੍ਰੋਸਰ ਹੈ ਔਰ 40 to 50 years old ਹੈ। ਔਰ ਬਿਸ਼ੰਬਰ ਨਾਥ ਹੈ ਜਿਹੜਾ ਇਹਦਾ ਜਿਹੜਾ ਕਰੈਕਟਰ ਹੈ ਐਂਡ ਤੇ ਆਏਗਾ ਕਿਉਂਕਿ ਉਹਦੇ ਨਾਲ ਸੁਲੇਖਾ ਦੀ ਮੈਰਿਜ ਹੋਣ ਜਾ ਰਹੀ ਹੈ। ਤਾਂ ਅਸੀਂ ਸਟੋਰੀ ਦੇ ਵਿੱਚ ਪੜਾਂਗੇ ਕਿ ਕਿੱਦਾਂ ਸੁਲੇਖਾ ਦੇ ਨਾਲ ਕੀ ਕੀ ਹੁੰਦਾ ਹੈ, ਕਿਵੇਂ ਉਹ ਬੈਕਵਰਡ ਚਾਈਲਡ ਬਣਦੀ ਹੈ। ਆਪਣੇ ਬਰਥ ਦੇ ਟਾਈਮ ਤੇ ਉਹ ਇਦਾਂ ਦੀ ਨਹੀਂ ਸੀ, ਬਹੁਤ ਸੁੰਦਰ ਲੜਕੀ ਸੀਗੀ, ਬਿਊਟੀਫੁਲ ਸੀ ਬਟ ਉਹ ਕਾਟ ਤੋਂ ਗਿਰ ਜਾਂਦੀ ਹੈ ਤੇ ਉਹਦੇ ਕੁਝ ਡੈਮੇਜ ਹੋ ਜਾਂਦਾ ਬ੍ਰੇਨ ਦਾ ਪਾਰਟ ਔਰ ਉਹਦੇ ਸਮਾਲ ਪੌਕਸ ਨਿਕਲਦੀ ਹੈ, ਉਹਦੇ ਕਾਰਨ ਉਹਦੀ ਬਾਡੀ ਜਿਹੜੀ ਡਿਸਫਿਗਰਡ ਹੋ ਜਾਂਦੀ ਹੈ। ਇਸ ਤਰ੍ਹਾਂ ਦਾ ਹੁੰਦਾ ਤਾਂ ਸਾਰੇ ਉਹਦਾ ਬੱਚੀ ਦਾ ਮਜ਼ਾਕ ਵੀ ਉਡਾਉਂਦੇ ਨੇ ਪਰ ਆਪਣੀ ਟੀਚਰ ਦੀ ਉਹਨੂੰ ਮਿਲਦੀ ਹੈ ਗਾਈਡੈਂਸ ਮਿਲਦੀ ਹੈ। ਟੀਚਰ ਉਹਦੇ ਅੰਦਰ ਇੰਨਾ ਕੌਨਫੀਡੈਂਸ ਪੈਦਾ ਕਰ ਦਿੰਦੀ ਹੈ ਕਿ ਉਹ ਜਿਹੜੀ ਬਿਲਕੁਲ ਬੋਲ ਨਹੀਂ ਸੀ ਸਕਦੀ ਬੱਚੀ ਤੇ ਉਹ ਆਪਣੀ ਜਿਹੜੀ ਲਾਈਫ ਦਾ ਅਹਿਮ ਪਾਰਟ ਹੈ ਮੈਰਿਜ ਦਾ ਉਹਦਾ ਫੈਸਲਾ ਖੁਦ ਕਰਦੀ ਹੈ ਕਿ ਮੈਂ ਮੈਰਿਜ ਨਹੀਂ ਕਰਨੀ ਇਹੋ ਜਿਹੇ ਗ੍ਰੀਡੀ ਪਰਸਨ ਦੇ ਨਾਲ। ਲੈਟ ਅਸ ਸਟਾਰਟ ਵਿਦ ਸਟੋਰੀ। ਹਰ ਨੇਮ ਵਾਸ ਸੁਲੇਖਾ ਬਟ ਸਿੰਸ ਹਰ ਚਾਈਲਡਹੁੱਡ everyone had been calling her Bholi the simpleton. She was the 4th daughter of Nambardar Ramlal. When she was 10 months old, she had fallen off the cot on her head and perhaps it had damaged some part of her brain. That was why she remained a backward child and came to be known as Bholi the simpleton. ਕੀ ਸੀ ਜੀ? ਉਹਦਾ ਨਾਮ ਸੁਲੇਖਾ ਸੀ। ਬਚਪਨ ਦੇ ਵਿੱਚ ਉਹਨੂੰ ਸਾਰੇ ਭੋਲੀ ਭੋਲੀ ਕਹਿ ਕੇ ਬੁਲਾਉਣ ਲੱਗੇ। ਸਿੰਪਲਟਨ ਸਿੱਧੀ ਸਾਦੀ ਜਿਹਦਾ ਮਤਲਬ ਹੈ। ਤੇ ਉਹ 4th ਚੌਥੀ ਬੇਟੀ ਸੀ ਨੰਬਰਦਾਰ ਰਾਮ ਲਾਲ ਦੀ। ਜਦੋਂ 10 ਮਹੀਨਿਆਂ ਦੀ ਹੋਈ ਤਾਂ ਉਹ ਬੈੱਡ ਤੋਂ ਗਿਰ ਗਈ ਇੱਕ ਦਿਨ ਸਿਰ ਦੇ ਭਾਰ ਤੇ ਸ਼ਾਇਦ ਉਹਦਾ ਜਿਹੜਾ ਬ੍ਰੇਨ ਦਾ ਕੁਝ ਪਾਰਟ ਸੀ ਉਹ ਡੈਮੇਜ ਹੋ ਗਿਆ ਔਰ ਇਸ ਕਰਕੇ ਉਹ ਇੱਕ ਬੈਕਵਰਡ ਚਾਈਲਡ ਬਣ ਗਈ। ਬੈਕਵਰਡ ਚਾਈਲਡ ਹੁੰਦੇ ਆ ਜਿਹੜੇ ਸਲੋ ਲਰਨਰ ਨੇਗੇ और सारे उन्हें भोली भोली कहन लगे। At birth the child was very fair and pretty, but when she was 2 years old, she had an attack of smallpox. Only the eyes were saved, but the entire body was permanently disfigured by deep black pock marks. Little Sulekha could not speak till she was 5, and when at last she learned to speak, she stammered. The other children often made fun of her and mimicked her. As a result, she talked very little. ਕੀ ਸੀਗਾ ਬਚਪਨ ਦੇ ਸਮੇਂ ਤੇ ਭੋਲੀ ਕੀ ਸੀਗੀ? ਬਹੁਤ ਸੁੰਦਰ ਸੀ ਔਰ ਜਦੋਂ 2 ਸਾਲ ਦੀ ਹੋਈ ਕੀ ਹੋਇਆ? ਉਹਦੇ ਸਮਾਲ ਪੌਕਸ ਨਿਕਲੀ, ਅਟੈਕ ਸਮਾਲ ਪੌਕਸ ਦਾ ਆ ਗਿਆ। ਸਿਰਫ ਉਹਦੀਆਂ ਆਈਜ਼ ਬਚੀਆਂ, ਆਈਜ਼ ਨੂੰ ਕੋਈ ਫਰਕ ਨਹੀਂ ਪਿਆ ਤੇ ਬਾਕੀ ਪੂਰੀ ਦੀ ਪੂਰੀ ਬਾਡੀ ਉਹਦੀ ਡਿਸਫਿਗਰਡ ਹੋ ਗਈ
साड़ी दे उपर की सीगे काले धब्बे पै गए और जिहड़ी सुलेखा सी 5 साल की उम्र तक वो बोल भी नहीं सी सकती एंड जदों उन्हें बोलना सीखिया शी स्टैमर्ड हुंदा तुतला के बोलना तो स्टैमर कर करके बोलती सी तुतला के एक वर्ड कहना सी जिवें उन्हें अपना नाम भी दसदी सी भ ऐदां ते ही अटक जांदी सी ते जिहड़े बाकी दे बच्चे सीगे ओहदे सारा की करदे सी फन उड़ाउंदे सी मजाक उड़ाउंदे सी ते ओहदी नकलां उतारदे सी उस तरह ते इस करके जिहड़ी भोली सीगी ओह बहुत घट बोलदी सी। Ramlal had 7 children, 3 sons and 4 daughters, and the youngest of them was Bholi. It was a prosperous farmer's household, and there was plenty to eat and drink. All the children except Bholi were healthy and strong. The sons had been sent to the city to study in schools and later in colleges. Of the daughters, Radha, the eldest, had already been married. The second daughter Mangala's marriage had also been settled, and when that was done, Ramlal would think of the third, Champa. They were good-looking, healthy girls, and it was not difficult to find bridegrooms for them. But Ramlal was worried about Bholi. She had neither good looks nor intelligence. बच्चे इत्थे क्वेश्चन भी आ जाता है, why was Ramlal not worried about his children except Bholi? Why? कि रामलाल सी जेड़ा बाकी बच्चों ਲਈ चिंता नहीं सी ਉਹਨੂੰ सिर्फ भोली ਦੀ चिंता सी क्यों ਤਾਂ ਤੁਸੀਂ ਉਹਦੇ ਵਿੱਚ ਇਹ ਵਾਲਾ ਪੈਰਾ ਲਿਖ ਸਕਦੇ ਆਨਸਰ ਚ। ਹਾਂਜੀ ਰਾਮਲਾਲ ਦੇ 7 ਚਿਲड्रन ਸੀ ਜਿਨ੍ਹਾਂ ਚ 3 ਸਨ ਸੀ ਔਰ 4 ਡਾਟਰ ਸੀ ਤੇ ਰਾਮਲਾਲ ਸੀਗਾ ਜਿਹੜਾ ਪ੍ਰੋਸਪੈਰਸ ਫਾਰਮ ਸੀ ਉਹਦੇ ਘਰ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਇਸ ਕਰਕੇ ਸਾਰੇ ਹੀ ਬੱਚੇ ਸੀ ਜਿਹੜੇ ਭੋਲੀ ਤੋਂ ਬਿਨਾ ਸਾਰੇ ਤੰਦਰੁਸਤ ਤੇ ਸਿਹਤਮੰਦ ਸੀਗੇ। ਤਾਂ ਕੀ ਸੀਗਾ ਜਿਹੜੇ ਉਹਦੇ ਸਨ ਸੀ ਉਹਨਾਂ ਨੂੰ ਸਿਟੀ ਦੇ ਸਕੂਲ ਦੇ ਵਿੱਚ ਪੜ੍ਹਨ ਲਈ ਭੇਜਿਆ ਗਿਆ ਫਿਰ ਉਸ ਤੋਂ ਬਾਅਦ ਕਾਲਜ 'ਚ ਵੀ ਪੜ੍ਹਨ ਲਈ ਭੇਜਿਆ ਗਿਆ ਔਰ ਜਿਹੜੀਆਂ ਦੀਆਂ ਡਾਟਰ ਸੀਗੀਆਂ ਉਹਨਾਂ ਵਿੱਚੋਂ ਰਾਧਾ ਜਿਹੜੀ ਸਭ ਤੋਂ ਵੱਡੀ ਸੀ ਉਹਦੀ ਮੈਰਿਜ ਸੀ ਜਿਹੜੀ ਹੋ ਚੁੱਕੀ ਸੀ ਔਰ ਸੈਕੰਡ ਡਾਟਰ ਦੀ ਮੈਰਿਜ ਸੀ ਜਿਹੜੀ ਉਹ ਸੈਟਲਡ ਹੋ ਚੁੱਕੀ ਸੀਗੀ ਉਹਦੀ ਅੰਗੇਜਮੈਂਟ ਹੋ ਚੁੱਕੀ ਸੀ ਔਰ ਉਸ ਤੋਂ ਬਾਅਦ ਕੀ ਸੀਗਾ ਜਦੋਂ ਉਹ ਹੋ ਜਾਣੀ ਸੀ ਤਾਂ ਰਾਮਲਾਲ ਚੰਪਾ ਦੇ ਬਾਰੇ ਸੋਚਿਆ ਤੇ ਔਰ ਕੀ ਸੀਗੀਆਂ ਉਹ ਸਾਰੀਆਂ ਹੈਲਦੀ ਸੀਗੀਆਂ ਤਾਂ ਉਹਨਾਂ ਦੇ ਲਈ ਬ੍ਰਾਈਡ ਗਰੂਮ ਲੱਭਣਾ ਕੋਈ ਮੁਸ਼ਕਲ ਨਹੀਂ ਸੀ। ਰਾਮਲਾਲ ਕਿਹਦੇ ਬਾਰੇ ਡਿਸ ਕਰਦਾ ਸੀ ਚਿੰਤਾ ਕਰਦਾ ਸੀ ਤਾਂ ਉਹਨੂੰ ਭੋਲੀ ਦੀ ਚਿੰਤਾ ਸੀ ਕਿਉਂਕਿ ਉਹ ਨਾ ਗੁੱਡ ਲੁੱਕ ਸੀਗੀ ਨਾ ਇੰਟੈਲੀਜੈਂਸ ਸੀਗੀ ਉਹਦੇ ਚ ਇੰਟੈਲੀਜੈਂਟ ਵੀ ਨਹੀਂ ਸੀ ਔਰ ਸੁੰਦਰ ਵੀ ਨਹੀਂ ਸੀ। Bholi was 7 years old when Mangala was married. The same year a primary school for girls was opened in their villages. The Tehsildar Sahib came to perform its opening ceremony. He said to Ramlal, as a revenue official, you are the representative of the government in the village and so you must set an example to the villagers. You must send your daughters to school. ਜਦੋਂ ਭੋਲੀ 7 ਸਾਲ ਦੀ ਹੋਈ ਤਾਂ ਕੀ ਸੀਗਾ ਮੰਗਲਾ ਦੀ ਮੈਰਿਜ ਹੋ ਚੁੱਕੀ ਸੀ ਔਰ ਉਸੇ ਸਾਲ ਕੀ ਹੁੰਦਾ ਉਹਨਾਂ ਦੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਖੁੱਲਦਾ ਕਿਹਦੇ ਲਈ ਗਰਲਸ ਦੇ ਲਈ ਕਿਉਂਕਿ ਗਰਲਸ ਦੇ ਲਈ ਪਹਿਲਾਂ ਨਹੀਂ ਸੀ ਸਕੂਲ ਤੇ ਗਰਲਸ ਦੇ ਲਈ ਸਕੂਲ ਖੁੱਲਦਾ ਉੱਥੇ ਤਹਿਸੀਲਦਾਰ ਸਾਹਿਬ ਆਉਂਦਾ ਕਾਹਦੇ ਲਈ ਇਨੋਗੂਰੇਸ਼ਨ ਕਰਨ ਸਕੂਲ ਦੀ ਓਪਨਿੰਗ ਸੈਰੇਮਨੀ ਤੇ ਔਰ ਰਾਮਲਾਲ ਨੂੰ ਉਹ ਕਹਿੰਦਾ ਕਿ ਤੂੰ ਰੈਵਨਿਊ ਆਫੀਸ਼ੀਅਲ ਹੈ ਇੱਥੋਂ ਦਾ ਨੰਬਰਦਾਰ ਹੈ ਔਰ ਗਵਰਨਮੈਂਟ ਦਾ ਇੱਕ ਅਧਿਕਾਰੀ ਹੈ ਰਿਪਰੈਜ਼ੈਂਟ ਕਰਦਾ ਗਵਰਨਮੈਂਟ ਨੂੰ ਇਸ ਕਰਕੇ ਤੈਨੂੰ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਕਿ ਤੂੰ ਆਪਣੀਆਂ ਬੇਟੀਆਂ ਨੂੰ ਸਕੂਲ ਪੜ੍ਹਨ ਲਈ ਭੇਜ। That night when Ramlal consulted his wife, she cried, "Are you crazy? If girls go to school, who will marry them?" But Ramlal had not the courage to disobey the Tehsildar. At last his wife said, "I will tell you what to do. Send Bholi to school, as it is there is little chance of her getting married. With her ugly face and lack of sense, let the teachers at school worry about her." ਉਸ ਰਾਤ ਘਰ ਆ ਕੇ ਰਾਮਲਾਲ ਨੇ ਆਪਣੀ ਵਾਈਫ ਦੇ ਨਾਲ ਸਲਾਹ ਕੀਤੀ ਔਰ ਉਹ ਕੀ ਅੱਗੋਂ ਚੀਕੀ ਕਿ ਕੀ ਹੋ ਗਿਆ ਤੈਨੂੰ ਕਿ ਕਿਉਂ ਭੇਜਾਂਗੇ ਉਹਨਾਂ ਨਾਲ ਮੈਰਿਜ ਕੌਣ ਕਰੇਗਾ ਲੜਕੀਆਂ ਦੇ ਨਾਲ ਕੌਣ ਮੈਰਿਜ ਕਰਦਾ ਹੈ ਪਰ ਰਾਮਲਾਲ ਦਾ ਹੌਸਲਾ ਨਹੀਂ ਸੀ ਪੈ ਰਿਹਾ ਕਿ ਉਹ ਤਹਿਸੀਲਦਾਰ ਨੂੰ ਕੀ ਜਵਾਬ ਦੇਗਾ ਤਾਂ ਉਹਦੀ ਵਾਈਫ ਨੇ ਅਖੀਰ ਦੇ ਵਿੱਚ ਕੀ ਕਿਹਾ ਕਿ ਭੋਲੀ ਨੂੰ ਸਕੂਲ ਪੜ੍ਹਨ ਲਈ ਭੇਜ ਦਿੰਨੇ ਆ ਕਿਉਂਕਿ ਉਹਦੇ ਨਾਲ ਤਾਂ ਕਿਸੇ ਨੇ ਮੈਰਿਜ ਹੀ ਨਹੀਂ ਕਰਨੀ ਬਹੁਤ ਘੱਟ ਚਾਂਸ ਹੈ ਕਿ ਉਹਦੇ ਨਾਲ ਕੋਈ ਮੈਰਿਜ ਕਰ ਲੂਗਾ ਕਿਉਂਕਿ ਉਹਦਾ ਅਗਲੀ ਫੇਸ ਹੈ ਔਰ ਲੈਕ ਆਫ ਸੈਂਸ ਹੈ ਭੋਲੀ ਭਾਲੀ ਵੀ ਹੈ ਉਹਨੂੰ ਕੋਈ ਪਤਾ ਤਾਂ ਹੈ ਹੀ ਨਹੀਂ ਹੈ ਤਾਂ
टीचर्स देखणगे ਇਹਦੇ ਬਾਰੇ ਬਰੀ ਕਰਨਗੇ चिंता करनगे स्कूल ਦੇ ਵਿੱਚ। The next day Ramlal caught Bholi by the hand and said, "Come with me, I will take you to school." Bholi was frightened. ਕੀ ਹੋਇਆ ਅਗਲੇ ਦਿਨ? ਰਾਮਲਾਲ ਨੇ ਉਹਦਾ ਹੱਥ ਫੜਿਆ ਔਰ ਕਹਿੰਦਾ ਮੈਂ ਸਕੂਲ ਲੈ ਕੇ ਜਾ ਰਿਹਾ ਤੈਨੂੰ, ਔਰ ਭੋਲੀ ਇਸ ਤੇ ਡਰ ਗਈ। frightened, ਡਰ ਜਾਣਾ। She did not know what a school was like. She remembered how a few days ago their old cow Lakshmi had been turned out of the house and sold. ਕਿਉਂਕਿ ਉਹਨੇ ਵਿਚਾਰੀ ਨੇ ਕਦੇ ਸਕੂਲ ਦੇਖੇ ਨਹੀਂ ਸੀ ਕਿ ਸਕੂਲ ਕੀ ਚੀਜ਼ ਹੁੰਦੀ ਹੈ, ਔਰ ਉਹਨੂੰ ਯਾਦ ਸੀਗਾ ਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਕਾਓ ਸੀ ਇੱਕ ਲక్ష్ਮੀ, ਉਹਦਾ ਨਾਮ ਸੀ, ਕਾਓ ਦਾ ਨਾਮ ਹੈ ਲక్ష్ਮੀ, ਔਰ ਉਹਨੂੰ ਘਰ ਤੋਂ ਬਾਹਰ ਲੈ ਕੇ ਗਏ ਸੀ ਔਰ ਵੇਚ ਦਿੱਤੀ ਸੀ। No, 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 she shouted in terror and pulled her hand away from her father's grip. ਕਿਉਂਕਿ ਉਹ no ਦੋ ਵਰਡ ਦਾ ਜਿਹੜਾ ਹੈਗਾ no ਤਾਂ ਉਹ ਵੀ ਪੂਰਾ ਨਹੀਂ ਸੀ ਬੋਲ ਸਕਦੀ ਵਰਡ ਦੋ ਲੈਟਰਸ ਦਾ, ਤੇ ਉਹਨੇ ਕੀ ਕੀਤਾ? ਡਰ ਗਈ, ਸ਼ਾਊਟ ਕੀਤਾ, ਚੀਕੀ, ਔਰ ਆਪਣਾ ਹੱਥ ਸੀ ਜਿਹੜਾ ਆਪਣੇ ਫਾਦਰ ਤੋਂ ਛੁਡਾ ਕੇ ਭੱਜ ਗਈ। What is the matter with you, you fool? shouted Ramlal. I am only taking you to school. Then he told his wife, let her wear some decent clothes today, or else what will the teachers and the other school girls think of us when they see her? और कह रहे मूर्ख की होया है। रामलाल भी चीखी अगों, कहना मैं तेनों सिर्फ स्कूल लेके जा रहा, किते नहीं लेके जा रहा। और फिर उन्हें अपनी वाइफ नूं कहा कि इहनूं साफ कपड़े पवा दो, ਤਾਂ ਕੀ ਹੈ ਕਿ ਜਿਹੜੇ ਟੀਚਰਸ ਨੇ ਤੇ ਉੱਥੇ ਸਕੂਲ ਦੇ ਵਿੱਚ ਹੋਰ ਕੁੜੀਆਂ ਹੋਣਗੀਆਂ ਉਹ ਨਹੀਂ ਤਾਂ ਸਾਨੂੰ ਕੀ ਕਹਿਣਗੀਆਂ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਉਹਨੂੰ ਕੱਪੜੇ ਮਿਲਦੇ ਸੀ ਕੋਈ ਉਹਦੇ ਕੱਪੜਿਆਂ ਵੱਲ ਬਹੁਤਾ ਧਿਆਨ ਹੀ ਨਹੀਂ ਸੀ ਦਿੰਦਾ, ਕਿੱਦਾਂ ਦੇ ਪਾਏ ਐ, ਗੰਦੇ ਡਰਟੀ ਕਲੋਥਸ ਉਹ ਪਾਉਂਦੀ ਸੀ, ਔਰ ਉਹਦੀਆਂ ਵੱਡੀਆਂ ਭੈਣਾਂ ਸੀ ਜਿਹੜੀਆਂ ਉਹਨਾਂ ਦੇ ਹੀ ਕੱਪੜੇ ਉਤਾਰੇ ਹੋਏ ਉਹਨੂੰ ਪਾਉਣ ਨੂੰ ਮਿਲਦੇ ਸੀ। New clothes had never been made for Polly. The old dresses of her sisters were passed on to her. No one cared to mend or wash her clothes. But today she was lucky to receive a clean dress which had shrunk after many washings and no longer fitted Champa. She was even bathed and oil was rubbed into her dry and matted hair. Only then did she begin to believe that she was being taken to a place better than her home. ਕਿਸੇ ਜੀ ਉਸ ਤੋਂ ਪਹਿਲਾਂ ਕਦੇ ਉਹਨੂੰ ਵਧੀਆ ਕੱਪੜੇ ਨਹੀਂ ਸੀ ਪਾਉਣ ਨੂੰ ਮਿਲੇ, ਉਸ ਦਿਨ ਉਹਨੂੰ ਸਾਫ਼ ਸੁਥਰੇ ਕੱਪੜੇ ਕਲੀਨ ਡਰੈਸ ਮਿਲੇ, ਪਰ ਉਹ ਵੀ ਨਵੇਂ ਨਹੀਂ ਮਿਲੇ। ਉਹਦੀ ਵੱਡੀ ਸਿਸਟਰ ਚੰਪਾ ਦੇ ਜਿਹੜੇ ਛੋਟੇ ਹੋ ਚੁੱਕੇ ਸੀ, ਕਈ ਤੋਂ ਬਾਅਦ ਸ਼ਰੰਕ ਹੋ ਚੁੱਕੇ ਸੀ ਕੱਪੜੇ, ਉਹ ਉਹਨੂੰ ਪਾਉਣ ਨੂੰ ਮਿਲੇ। ਸ਼ੀ ਵਾਜ਼ ਇਵਨ ਬਾਥਡ, ਉਹਨੂੰ ਨਹਾਇਆ ਵੀ ਗਿਆ ਚੰਗੀ ਤਰ੍ਹਾਂ, ਫਿਰ ਉਹਦੇ ਤੇਲ ਲਾਇਆ ਗਿਆ ਔਰ ਉਹਦੇ ਹੇਅਰ ਬਣਾਏ ਗਏ, ਵਾਲ ਸੀ ਜਿਹੜੇ ਚੰਗੀ ਤਰ੍ਹਾਂ ਵਾਹੇ ਗਏ, ਔਰ ਫਿਰ ਉਹਨੂੰ ਵਿਸ਼ਵਾਸ ਹੋਇਆ ਕਿ ਉਹ ਸ਼ਾਇਦ ਘਰ ਨਾਲੋਂ ਕਿਸੇ ਚੰਗੀ ਜਗ੍ਹਾ ਤੇ ਜਾ ਰਹੀ ਹੈ ਜਿਹੜਾ ਉਹਨੂੰ ਇੰਨਾ ਤਿਆਰ ਕੀਤਾ ਜਾ ਰਿਹਾ, ਡਰੈਸ ਅਪ ਕੀਤਾ ਜਾ ਰਿਹਾ। When they reached the school, the children were already in their classrooms. Ramlal handed over his daughter to the headmistress. Left alone, the poor girl looked about her with fear-laden eyes. There were several rooms, and in each room girls like her scattered on mats, reading from books or writing on slates. The headmistress asked Bholi to sit down in a corner in one of the classrooms. ਜਦੋਂ ਸਕੂਲ ਪਹੁੰਚੇ ਤਾਂ ਸਾਰੇ ਬੱਚੇ ਕੀ ਸੀਗੇ, ਆਪਣੀ ਆਪਣੀਆਂ ਕਲਾਸਾਂ ਦੇ ਵਿੱਚ ਸੀ, ਕਲਾਸਾਂ ਦੇ ਕਲਾਸਰੂਮਸ ਦੇ ਵਿੱਚ ਸੀਗੇ। ਰਾਮਲਾਲ ਨੇ ਹੈਂਡਓਵਰ ਕੀਤਾ ਕਿਹਨੂੰ? ਹੈਡਮਿਸਟਰਸ ਨੂੰ, ਆਪਣੀ ਡਾਟਰ ਨੂੰ ਹੈਡਮਿਸਟਰਸ ਨੂੰ ਹੈਂਡਓਵਰ ਕੀਤਾ, ਔਰ ਵਿਚਾਰੀ ਉੱਥੇ ਇਕੱਲੀ ਰਹਿ ਗਈ ਤਾਂ ਉਹ ਡਰ ਭਰੀਆਂ ਅੱਖਾਂ ਦੇ ਨਾਲ ਦੇਖ ਰਹੀ ਸੀਗੀ। ਤੇ ਉੱਥੇ ਕਈ ਰੂਮ ਸੀ ਜਿੱਥੇ ਗਰਲਸ ਸੀ ਜਿਹੜੀਆਂ ਬੈਠੀਆਂ ਹੋਈਆਂ ਸੀ ਮੈਟਸ ਦੇ ਉੱਪਰ, ਔਰ ਕੀ ਕਰ ਰਹੀਆਂ ਸੀ? ਬੁੱਕਸ ਪੜ੍ਹ ਰਹੀਆਂ ਸੀ ਜਾਂ ਕੀ ਕਰ ਰਹੀਆਂ ਸੀਗੀਆਂ? ਸਲੇਟਸ ਦੇ ਉੱਪਰ ਕੁਝ ਲਿਖ ਰਹੀਆਂ ਸੀ। ਹੈਡਮਿਸਟਰ ਨੇ ਭੋਲੀ ਨੂੰ ਕਿਹਾ ਕਿ ਤੂੰ ਵੀ ਜਾ ਕੇ ਉੱਥੇ ਕਾਰਨਰ ਦੇ ਵਿੱਚ ਬੈਠ ਜਾ ਉਹਨਾਂ ਗਰਲਸ ਦੇ ਵਿੱਚ। Bholi did not know what exactly a school was like and what happened there, but she was glad to find so many girls almost of her own age present there. She hoped that one of these girls might become her friend. Bholi ਜਾਣਦੀ ਨਹੀਂ ਸੀ ਕਿ ਸਕੂਲ ਕੀ ਹੁੰਦਾ, ਕਿੱਦਾਂ ਦਾ ਹੁੰਦਾ ਔਰ ਕੀ ਉਹਦੇ ਨਾਲ ਉੱਥੇ ਹੋਏਗਾ। What happened there? ਪਰ ਉਹ ਖੁਸ਼ ਸੀ। ਖੁਸ਼ ਕਿਉਂ ਸੀ? ਕਿਉਂਕਿ ਉਹਦੀ ਏਜ ਦੀਆਂ ਉੱਥੇ ਬਹੁਤ ਸਾਰੀਆਂ ਗਰਲਸ ਸੀਗੀਆਂ ਔਰ ਉਹਨੂੰ ਉਮੀਦ ਸੀ ਇਹ ਕਿ ਉਹਨਾਂ ਦੇ ਵਿੱਚੋਂ ਇੱਕ ਉਹਦੀ ਫਰੈਂਡ ਬਣ ਜਾਏਗੀ ਅੱਛੀ, ਜਿਹਦੇ ਨਾਲ ਆਪਣੀ ਗੱਲਬਾਤ ਕਰ ਸਕੇ। The lady teacher who was in the class was saying something to the girls, but Bholi could understand nothing. She looked at the pictures on the wall. The colors fascinated her. The horse was brown just like the horse on which
The tehsildar had come to visit their village. The goat was black like the goat of their neighbor. The parrot was green like the parrots she had seen in the mango orchard. And the cow was just like their Lakshmi. And suddenly Bholi noticed that the teacher was standing by her side, smiling at her. Lady teacher ने girls ਨੂੰ ਕੁਝ ਕਿਹਾ, ਪਰ ਭੋਲੀ ਵਿਚਾਰੀ ਸੀ ਜਿਹੜੀ ਉਹ ਕੁਝ ਨਹੀਂ ਸਮਝ ਸਕਦੀ ਸੀ ਕੀ ਕਹਿ ਰਹੀ ਸੀ। ਉਹਨੇ ਕੀ ਕੀਤਾ, ਜਿਹੜੀਆਂ ਪਿਕਚਰਸ ਲੱਗੀਆਂ ਹੋਈਆਂ ਸੀ ਵਾਲ ਦੇ ਵਿੱਚ ਕਲਾਸਰੂਮ ਦੇ, ਉਹਨਾਂ ਵੱਲ ਦੇਖ ਰਹੀ ਸੀ। ਜਿਹੜੇ ਉਹਨਾਂ ਦੇ ਕਲਰਸ ਸੀਗੇ ਉਹਨੂੰ ਕਾਫੀ ਫੈਸੀਨੇਟਡ ਕਰ ਰਹੇ ਸੀ, ਅਚੰਭਿਤ ਹੋ ਰਹੀ ਸੀ ਉਹ ਕਲਰਸ ਦੇਖ ਕੇ। ਔਰ ਹਾਰਸ ਉਸੇ ਤਰ੍ਹਾਂ ਦਾ ਬਰਾਊਨ ਸੀ ਜਿੱਦਾਂ ਦੇ ਹਾਰਸ ਤੇ ਤਹਿਸੀਲਦਾਰ ਪਿੰਡ ਦੇ ਵਿੱਚ ਆਇਆ ਸੀ। ਔਰ ਹੋਰ ਕੀ ਸੀਗਾ, ਗੋਟ ਸੀ ਉੱਥੇ, ਉਹ ਬਲੈਕ ਸੀ ਜਿੱਦਾਂ ਦੀ ਉਹਨਾਂ ਦੇ ਨੇਬਰ ਦੇ ਵਿੱਚ ਸੀਗੀ ਗੋਟ। ਪੈਰਟ ਉਹਨੇ ਦੇਖੇ ਸੀਗੇ ਮੈਂਗੋ ਆਰਚਰਡ ਦੇ ਵਿੱਚ, ਮੈਂਗੋ ਦਾ ਇੱਕ ਉਹਨਾਂ ਦੇ ਘਰ ਦੇ ਨੇੜੇ ਬਾਗ ਸੀਗਾ, ਉੱਥੇ ਦੇਖੇ ਸੀ ਉਹਨੇ, ਤਾਂ ਉਹ ਉਸੇ ਤਰ੍ਹਾਂ ਗ੍ਰੀਨ ਸੀਗੇ। ਔਰ ਉਸ ਤੋਂ ਬਾਅਦ ਹੋਰ ਕੀ ਦੇਖਿਆ ਉਹਨੇ ਕਿ ਜਿਹੜਾ ਕਾਓ ਸੀਗੀ ਉਦਾਂ ਦੀ ਕਾਓ ਸੀ ਜਿਵੇਂ ਉਹਨਾਂ ਦੀ ਲక్ష్ਮੀ ਸੀਗੀ ਘਰ ਦੇ ਵਿੱਚ। ਤਾਂ ਭੋਲੀ ਨੇ ਸਾਰਾ ਕੁਝ ਜਦੋਂ ਮਤਲਬ ਦੇਖ ਰਹੀ ਸੀ, ਕੀ ਦੇਖਿਆ, ਜਿਹੜੀ ਉਹਦੀ ਟੀਚਰ ਸੀ ਉਹਦੇ ਨੇੜੇ ਖੜੀ ਸੀ ਔਰ ਉਹਦੇ ਤੇ ਮੁਸਕਰਾ ਰਹੀ ਸੀ, ਖੁਸ਼ ਹੋ ਰਹੀ ਸੀ। What's your name, little one? Bh, bho, bho. She could stammer no further than that. टीचर ने नाम पूछा कि छोटी बच्ची तेरा की नाम है, तब बेचारी तो नाम नहीं लिया गया, भ भो बोते ही अटक गई। Then she began to cry and tears flowed from her eyes in a helpless flood. She kept her head down as she sat in her corner, not daring to look up at the girls she knew were still laughing at her. ਕੀ ਸੀਗਾ, ਹੁਣ ਉਹਨੇ ਰੋਣਾ ਸ਼ੁਰੂ ਕਰਤਾ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਕੀ ਸੀਗੇ, ਟੀਅਰਸ ਬਹਿਣੇ ਸ਼ੁਰੂ ਹੋ ਗਏ, ਹੰਝੂ ਬਹਿਣੇ ਸ਼ੁਰੂ ਹੋ ਗਏ, ਜਿਹਨੂੰ ਕਿ ਉਹ ਰੋਕ ਨਹੀਂ ਸਕੀ, ਹੈਲਪਲੈਸ ਸੀਗੀ, ਹੈਲਪ ਮਤਲਬ ਰੋਕ ਨਹੀਂ ਸਕੀ ਆਪਣੇ ਹੰਝੂਆਂ ਨੂੰ। ਔਰ ਉਹ ਹੈਡ ਨੀਚੇ ਕਰਕੇ ਬੈਠ ਗਈ ਔਰ ਕਾਰਨਰ ਦੇ ਵਿੱਚ ਬੈਠੀ ਰਹੀ। ਉਹਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਉੱਪਰ ਚੁੱਕ ਕੇ ਦੇਖੇ, ਕਿਉਂਕਿ ਉਹਨੂੰ ਲੱਗਦਾ ਸੀਗਾ ਜਿਹੜੀਆਂ ਗਰਲਸ ਨੇਗੀਆਂ ਉਹਦੇ ਵੱਲ ਦੇਖ ਰਹੀਆਂ ਨੇ ਔਰ ਹੱਸ ਰਹੀਆਂ ਉਹਦੇ ਉੱਪਰ। When the school bell rang, all the girls scurried out of the classroom. But Bholi dared not leave her corner, her head still lowered. She kept on sobbing. ਜਦੋਂ ਸਕੂਲ ਦੀ ਬੈਲ ਰੈਂਕ ਹੋਈ, ਬੱਜੀ ਘੰਟੀ ਵੱਜੀ, ਤਾਂ ਜਿਹੜੀਆਂ ਗਰਲਸ ਸੀ ਸਕਰੀਡ ਆਊਟ ਮੀਨ ਵਾਕਡ ਆਊਟ, ਬਾਹਰ ਆ ਗਈਆਂ ਸਾਰੀਆਂ ਕਲਾਸਰੂਮ ਦੇ ਵਿੱਚੋਂ। ਪਰ ਭੋਲੀ ਦੀ ਹਿੰਮਤ ਨਹੀਂ ਸੀ ਕਿ ਉਹ ਕਾਰਨਰ ਨੂੰ ਛੱਡਦੀ, ਉੱਥੇ ਕਾਰਨਰ 'ਚ ਹੀ ਬੈਠੀ ਰਹੀ ਔਰ ਆਪਣਾ ਸਿਰ ਸੀ ਜਿਹੜਾ ਉਹਨੇ ਅਜੇ ਵੀ ਨੀਚੇ ਕੀਤਾ ਹੋਇਆ ਸੀ ਔਰ ਸੌਬਿੰਗ ਕਰ ਰਹੀ ਸੀ। ਸੌਬਿੰਗ ਮੀਨਿੰਗ ਹੁਬਕੀਆਂ ਲੈ ਲੈ ਕੇ ਰੋ ਰਹੀ ਸੀ। Bholi, the teacher's voice was so soft and soothing. In all her life, she had never been called like that. It touched her heart. ਉਹਦੀ ਟੀਚਰ ਨੇ ਬੜੇ ਪਿਆਰ ਨਾਲ ਉਹਨੂੰ ਬੁਲਾਇਆ, ਭੋਲੀ। ਉਹਨੇ ਕਦੇ ਵੀ ਵਿਚਾਰੀ ਨੇ ਕਿਸੇ ਨੇ ਵੀ ਇੰਨੇ ਪਿਆਰ ਨਾਲ ਨਹੀਂ ਸੀ ਬੁਲਾਇਆ। ਤਾਂ ਇਹ ਆਵਾਜ਼ ਸੀ ਜਿਹੜੀ ਉਹਨੂੰ ਬੜੀ ਚੰਗੀ ਲੱਗੀ, ਉਹਦੇ ਹਾਰਟ ਨੂੰ ਟੱਚ ਕਰਕੇ। Get up, said the teacher. It was not a command, but just a friendly suggestion. Bholi got up. उठो उठो, टीचर ने कहा। एक कमांड नहीं सी, ऑर्डर नहीं सी कोई कीता ਉਹਨੂੰ, पर एक फ्रेंडली सजेशन सी। भोली उठ गई। Now tell me your name. टीचर ने ਉਹਦੀ ਨੇ नेम ਪੁੱਛਿਆ ਉਹਦਾ। Sweat broke out over her whole body. Would her stammering tongue again disgrace her? For the sake of this kind woman, however, she decided to make an effort. She had such a soothing voice, she would not laugh at her. ਜਦੋਂ ਦਾ ਨਾਮ ਪੁੱਛਿਆ, ਇੱਕ ਵਾਰ ਤਾਂ ਉਹਦੇ ਪਸੀਨੇ ਉੱਠ ਗਏ ਕਿ ਮੇਰੀ ਦੁਆਰਾ ਤੋਂ ਇਨਸਲਟ ਹੋਏਗੀ, ਪਰ ਕਿ ਉਹਦੀ ਜਿਹੜੀ ਉਹਨੂੰ ਲੱਗਿਆ ਕਿ ਜਿਹੜੀ ਮੇਰੀ ਸਟੈਮਰਿੰਗ ਟੰਗ ਹੈ, ਤੁਤਲਾ ਕੇ ਬੋਲਦੀ ਹੈ ਮੈਂ, ਇਹ ਦੁਆਰਾ ਮੈਨੂੰ ਇਹਦੇ ਨਾਲ ਇਨਸਲਟ ਸਹਿਣੀ ਪਏਗੀ। ਪਰ ਉਸ ਕਾਈਂਡ ਵੂਮਨ ਦੇ ਉਹਨੇ ਇੰਨੇ ਪਿਆਰ ਦੇ ਨਾਲ ਉਹਨੂੰ ਬੁਲਾਇਆ ਸੀਗਾ ਔਰ ਉਹਨੇ ਫੈਸਲਾ ਕੀਤਾ, ਆਪਣਾ ਡਿਸਾਈਡ ਕੀਤਾ ਕਿ ਮੈਂ ਇੱਕ ਵਾਰ ਕੋਸ਼ਿਸ਼ ਕਰਕੇ ਦੇਖਾਂ ਬੋਲਣ ਦੀ। ਤਾਂ ਕਿ ਉਹਨੂੰ ਲੱਗਿਆ ਕਿ ਉਹਦੀ ਇੰਨੀ ਸੂਦਿੰਗ ਵੌਇਸ ਹੈ ਲੇਡੀ ਦੀ, ਟੀਚਰ ਦੀ, ਕਿ ਉਹਦੇ ਤੇ ਹੱਸੇਗੀ ਨਹੀਂ। ਭ ਭ ਭੋ ਭੋ, ਸ਼ੀ ਬਿਗਨ ਟੂ ਸਟੈਮਰ। ਫਿਰ ਉਹ ਵਿਚਾਰੀ ਤੁਤਲਾ ਕੇ ਭੋ ਭੋ ਤੇ ਹੀ ਅਟਕ ਗਈ। ਵੈਲ ਡਨ, ਦ ਟੀਚਰ ਇਨਕਰੇਜਡ ਹਰ, ਕਮ ਔਨ ਨਾਓ ਦ ਫੁੱਲ ਨੇਮ। ਔਰ ਟੀਚਰ ਨੇ ਕੀ ਕੀਤਾ, ਅੱਗੋਂ ਹੱਸੀ ਨਹੀਂ ਹੈ, ਟੀਚਰ ਨੇ ਇਨਕਰੇਜ ਕੀਤਾ ਉਹਨੂੰ ਕਿ ਸ਼ਾਬਾਸ਼ ਸ਼ਾਬਾਸ਼, ਹੋਰ ਕਰੋ ਅੱਗੇ, ਬਹੁਤ ਅੱਛੇ ਬੋਲੇ ਤੁਸੀਂ। ਤਾਂ ਉਹਨੇ ਭ ਭ ਭੋ ਭੋ ਬੋਲੀ। ਐਟ ਲਾਸਟ ਹੀ ਵਾਜ਼ ਏਬਲ ਟੂ ਸੇ ਇਟ ਐਂਡ ਫੈਲਟ ਰਿਲੀਵਡ ਐਜ਼ ਇਫ ਇਟ ਵਾਜ਼ ਅ ਗ੍ਰੇਟ ਅਚੀਵਮੈਂਟ। ਅਖੀਰ ਤੇ ਉਹਨੇ ਭੋਲੀ ਕਹਿ ਦਿੱਤਾ ਔਰ ਉਹਨੂੰ ਬਹੁਤ ਹੀ ਰਾਹਤ ਮਿਲੀ ਔਰ ਉਹਦੇ ਲਈ ਕੀ ਸੀ, ਇਹ ਬਹੁਤ ਵੱਡੀ ਅਚੀਵਮੈਂਟ ਸੀ। ਭ ਭ ਬੋਲੀ। Well done, the teacher patted her affectionately and said,
Put the fear out of your heart and you will be able to speak like everyone else. टीचर ने की किया, बहुत अच्छे, और ਉਹਨੂੰ ਥੱਪ ਥਪਾਇਆ, ਉਹਨੂੰ ਸ਼ਾਬਾਸ਼ ਦਿੱਤੀ ਔਰ ਕਿਹਾ ਕਿ ਸਾਰਾ ਹਰਟ ਦੇ ਵਿੱਚੋਂ ਆਪਣਾ ਜਿਹੜਾ ਡਰ ਹੈ ਉਹ ਬਾਹਰ ਕੱਢ ਦੇ ਔਰ ਤੂੰ ਇੱਕ ਦਿਨ ਬੋਲਣ ਦੇ ਕਾਬਲ ਹੋ ਜਾਏਗੀ ਐਵਰੀਵਨ ਐਲਸ ਜਿੱਦਾਂ ਬਾਕੀ ਸਾਰੇ ਬੋਲਦੇ ਨੇ। ਵੋਲੀ ਲੁਕਡ ਅਪ ਐਜ਼ ਇਫ ਟੂ ਆਸਕ ਰੀਅਲੀ, ਵੋਲੀ ਨੇ ਉਹਦੇ ਵੱਲ ਦੇਖਿਆ ਜਿਵੇਂ ਉਹਨੂੰ ਪੁੱਛ ਰਹੀ ਹੋਵੇ ਸੱਚਮੁੱਚ ਇਦਾਂ ਹੋ ਜਾਏਗਾ ਕਿ ਮੈਂ ਬੋਲ ਲਾਂਗੀ। ਯੈਸ ਯੈਸ ਇਟ ਵਿਲ ਬੀ ਵੈਰੀ ਈਜ਼ੀ, ਹਾਂ ਹਾਂ ਇਹ ਬਹੁਤ ਈਜ਼ੀ ਹੈ। ਯੂ ਜਸਟ ਕਮ ਟੂ ਸਕੂਲ ਐਵਰੀ ਡੇ, ਵਿਲ ਯੂ ਕਮ, ਕਿ ਤੂੰ ਰੋਜ਼ ਸਕੂਲ ਆਏਂਗੀ, ਤੈਨੂੰ ਰੋਜ਼ ਸਕੂਲ ਆਉਣਾ ਪਏਗਾ ਇਹਦੇ ਲਈ। ਵੋਲੀ ਨੋਡਡ, no, say it aloud, yes, and Boli herself was astonished that she had been able to say it. Did not I tell you, now take this book? Boli ने सिर हिलाया, पर वो कहनी सिर ना हिला, बोल, और वो yes बोल पाई। और बोली खुद हैरान सी कि वो ये कह सकी। ਤਾਂ ਉਹਦੀ ਜਿਹੜੀ ਟੀਚਰ ਉਹ ਕਹਿ ਰਹੀ, ਕਹਿੰਦੀ ਮੈਂ ਤੈਨੂੰ ਕਿਹਾ ਨਹੀਂ ਸੀ ਕਿ ਤੂੰ ਬੋਲ ਸਕਦੀ ਹੈ, ਹੁਣ ਤੂੰ ਇਹ ਬੁੱਕ ਲੈ। The book was full of nice pictures and the pictures were in color. Dog, cat, goat, horse, parrot, tiger and a cow, just like Lakshmi. And with every picture was a word in big black letters. In 1 month you will be able to read this book. Then I will give you a bigger book and then a still bigger one. In time you will be more learned than anyone else in the place. Then no one will ever be able to laugh at you. People will listen to you with respect and you will be able to speak without slightest stammer. Understand? Now go home and come back early tomorrow morning. Boli felt as if suddenly all the bells in the village temple were ringing and the trees in front of the schoolhouse had blossomed into big red flowers. Her heart was throbbing with a new hope and a new life. ਤਾਂ ਇੱਕ ਮਤਲਬ ਇੱਕ ਟੀਚਰ ਨੇ ਇੱਕ ਬੁੱਕ ਦੇਤੀ ਕਿ 1 ਮਹੀਨੇ ਦੇ ਵਿੱਚ ਤੂੰ ਇਹਨੂੰ ਪੜ੍ਹ ਲੇਂਗੀ ਔਰ ਇਸ ਤੋਂ ਬਾਅਦ ਮੈਂ ਤੈਨੂੰ ਇੱਕ ਵੱਡੀ ਬੁੱਕ ਦੇਵਾਂਗੀ, ਫਿਰ ਉਸ ਤੋਂ ਬਾਅਦ ਇੱਕ ਵੱਡੀ ਦੇਵਾਂਗੀ ਔਰ ਤੂੰ ਇੰਨਾ ਕੁ ਸਿੱਖ ਲੇਂਗੀ ਕਿ ਪਿੰਡ ਦੇ ਵਿੱਚ ਕੋਈ ਵੀ ਇੰਨਾ ਨਹੀਂ ਸਿੱਖਿਆ ਹੋਊਗਾ ਜਿੰਨਾ ਤੂੰ ਪੜ੍ਹ ਸਕੇਂਗੀ, ਬੋਲ ਸਕੇਂਗੀ। ਔਰ ਲੋਕ ਜਿਹੜੇ ਤੇਰੇ ਤੇ ਕੋਈ ਵੀ ਇਦਾਂ ਦਾ ਫਿਰ ਤੇਰੇ ਤੇ ਹੱਸੇਗਾ ਨਹੀਂ ਤੇ ਬਿਨਾਂ ਸਟੈਮਰ ਦੇ ਤੂੰ ਬੋਲ ਸਕਦੀ ਹੈਗੀ। ਔਰ ਉਸ ਨਾਓ ਗੋ ਹੋਮ, ਹੁਣ ਘਰ ਜਾ। ਜਦੋਂ ਭੋਲੀ ਨੂੰ ਇੰਨਾ ਕੁ ਉਤਸ਼ਾਹ ਮਿਲਦਾ ਹੈ, ਟੀਚਰ ਵੱਲੋਂ ਇਨਕਰੇਜਮੈਂਟ ਮਿਲਦੀ ਹੈ, ਤਾਂ ਉਹਨੂੰ ਲੱਗਦਾ ਕਿ ਜਿਹੜੇ ਬਲੇਜ਼ ਦੇ ਟੈਂਪਲ ਉਹਨਾਂ ਦੀਆਂ ਸਾਰੀਆਂ ਦੀਆਂ ਘੰਟੀਆਂ ਵੱਜ ਰਹੀਆਂ ਨੇ ਔਰ ਫਲਾਵਰਸ ਨੇ ਜਿਹੜੇ ਉਹਨਾਂ ਤੇ ਰੈੱਡ ਬਲੌਸਮ ਚ ਆ ਜਾਂਦੇ ਆ। ਇਹਦਾ ਮਤਲਬ ਕੀ ਹੈ, ਭੋਲੀ ਦੇ ਅੰਦਰ ਇੱਕ ਨਵੀਂ ਹੋਪ ਬਣ ਜਾਂਦੀ ਹੈ, ਨਿਊ ਹੋਪ ਆ ਜਾਂਦੀ ਹੈ ਕਿ ਮੈਂ ਕੁਝ ਕਰ ਸਕਦੀ ਹਾਂ। Thus the years passed, the village became a small town, the little primary school became a high school, there were now a cinema under a tin shed and a cotton ginning mill. The mail train began to stop at their railway station. One night after dinner, Ramlal said to his wife, "Then shall I accept Bishambar's proposal?" "Yes, certainly," his wife said. "We will be lucky to get such a well-to-do bridegroom. A big shop, a house of his own, and I hear several thousands in the bank. Moreover, he is not asking for any dowry." "That's right. He is not so young. You know, almost the same age as I am, and he also lives. Moreover, the children from his first wife are quite grown up." ਕੀ ਹੋਇਆ ਇਸ ਤਰ੍ਹਾਂ ਕਈ ਸਾਲ ਬੀਤ ਗਏ, ਜਿਹੜਾ ਵਿਲੇਜ ਸੀਗਾ ਉਹ ਇੱਕ ਟਾਊਨ ਦਾ ਰੂਪ ਧਾਰਨ ਕਰੇਗਾ ਔਰ ਉੱਥੇ ਇੱਕ ਪ੍ਰਾਇਮਰੀ ਸਕੂਲ ਦੀ ਜਗ੍ਹਾ ਹਾਈ ਸਕੂਲ ਬਣ ਗਿਆ ਔਰ ਟ੍ਰੇਨ ਵੀ ਆਉਣ ਲੱਗੀ, ਉੱਥੇ ਸ਼ੁਗੀਆਂ ਮਿਲ ਵੀ ਆ ਗਈ। ਇੱਕ ਕੀ ਹੁੰਦਾ ਹੈ, ਭੋਲੀ ਸਾਰਾ ਕੁਝ ਸੁਣ ਰਹੀ ਹੁੰਦੀ ਹੈ। ਰਾਮ ਲਾਲ ਹੈ ਜਿਹੜਾ ਉਹ ਆਪਣੀ ਵਾਈਫ ਦੇ ਨਾਲ ਸਲਾਹ ਕਰ ਰਿਹਾ ਹੈ ਕਿ ਬਿਸ਼ੰਬਰ ਦਾ ਜਿਹੜਾ ਪ੍ਰਪੋਜ਼ਲ ਹੈ ਬੋਲੀ ਦੇ ਲਈ ਕਿ ਉਹਦੇ ਨਾਲ ਮੈਰਿਜ ਕਰਨੀ ਹੈ, ਕਿ ਉਹਨੂੰ ਐਕਸੈਪਟ ਕਰ ਲੈਣਾ ਚਾਹੀਦਾ। ਤਾਂ ਉਹਦੀ ਵਾਈਫ ਕਹਿੰਦੀ ਹੈ ਕਿ ਹਾਂ ਇਸ ਤੋਂ ਅੱਛਾ ਹੋਰ ਕੌਣ ਮਿਲ ਸਕਦਾ ਹੈ, ਕਿਉਂਕਿ ਭੋਲੀ ਹੈ ਜਿਹੜੀ ਉਹ ਬਿਊਟੀਫੁਲ ਨਹੀਂ ਹੈ ਤੇ ਉਹਦੇ ਨਾਲ ਮੈਰਿਜ ਕੌਣ ਕਰੇਗਾ। ਤੇ ਜਿਹੜਾ ਗ੍ਰੋਸਰ ਹੈਗਾ ਬਿਸ਼ੰਬਰ, ਉਹਦੇ ਕੋਲ ਕੀ ਹੈ, ਆਪਣੀ ਬਹੁਤ ਵੱਡੀ ਸ਼ਾਪ ਹੈ, ਆਪਣਾ ਘਰ ਹੈ ਤੇ ਉਹ 1000 ਰੁਪਏ ਇਹਦੇ ਵਿੱਚ। ਪਰ ਜਿਹੜਾ ਰਾਮ ਲਾਲ ਹੁੰਦਾ ਹੈ ਉਹ ਕਹਿੰਦਾ ਹੈ ਕਿ ਉਹ ਮੇਰੀ ਏਜ ਦਾ ਹੈ, ਉਹਦੇ ਵਿੱਚ ਥੋੜਾ ਜਿਹਾ ਆਉਂਦਾ ਹੈ ਕਿ ਮੇਰੀ ਏਜ ਦਾ ਹੈ, ਉਹ ਭੋਲੀ ਦੇ ਮਤਲਬ ਹਸਬੈਂਡ ਦੇ ਰੂਪ ਦੇ ਵਿੱਚ ਦੇਖਾਂ ਮੈਂ, ਉਹਨੂੰ ਨਹੀਂ ਚੰਗਾ ਲੱਗਦਾ, ਪਰ ਉਹਦੀ ਏਜ ਦਾ ਵੀ ਹੈ। ਉਸ ਤੋਂ ਹੋਰ ਕੀ ਹੈਗਾ, ਲੰਗੜਾ ਵੀ ਆ, ਉਹ ਲੰਗੜਾ ਕੇ ਵੀ ਚੱਲਦਾ ਹੈ। ਤਾਂ ਉਹਦੀ ਜਿਹੜੀ ਪਹਿਲੀ ਵਾਰ ਉਹਦੇ ਬੱਚੇ ਵੀ ਵੱਡੇ ਹੋ ਚੁੱਕੇ ਹੈ। So what does it matter? His wife replied, 45 or 50. It is no great age for a man. We are lucky that he is from another village and does not know about her pockmarks and her lack of sense. If we don't accept this proposal, she may remain unmarried all her life. Yes, what I wonder what Boli will say. What will that witless one say? She is like a dumb cow. Maybe you are right, muttered Ramlal. In the other corner of the courtyard, Boli lay awake on her cot, listening to her parents' whispered conversation. ਇਹ ਸਾਰੀ ਕਨਵਰਸੇਸ਼ਨ ਸੀ ਜਿਹੜੀ ਬੋਲੀ ਸੁਣ ਰਹੀ ਸੀ
ਉਹਦੀ ਵਾਈਫ ਨੇ ਕੀ ਰਿਪਲਾਈ ਦਿੱਤਾ ਕਿ 40-45 ਸਾਲ ਹੈ, ਜਿਹੜੀ ਕੋਈ ਬਹੁਤੀ ਵੱਡੀ ਨਹੀਂ ਹੈ, ਅਸੀਂ ਤਾਂ ਬਹੁਤ ਲੱਕੀ ਹੈ ਕਿ ਦੂਸਰੇ ਵਿਲੇਜ ਤੋਂ ਹੈ, ਉਹਦੇ ਭੋਲੀ ਦੇ ਬਾਰੇ ਪਤਾ ਹੀ ਨਹੀਂ ਹੈ ਕਿ ਉਹ ਬਿਊਟੀਫੁਲ ਨਹੀਂ ਹੈ ਔਰ ਉਹਦੇ ਚ ਲੈਕ ਆਫ ਸੈਂਸ ਵੀ ਹੈ, ਤਾਂ ਨਹੀਂ ਤਾਂ ਉਹ ਸਾਰੀ ਉਮਰ ਕੀ ਰਹੇਗੀ, ਅਨਮੈਰਿਡ ਰਹਿ ਜੂਗੀ। ਇਸ ਤੋਂ ਚੰਗਾ ਕੋਈ ਸਾਨੂੰ ਬ੍ਰਾਈਡ ਗਰੂਮ ਨਹੀਂ ਮਿਲਣਾ। Vishwambarnath was a well-to-do grocer. He came with a big party of friends and relations with him for the wedding. A brass band playing a puppet from a film headed the procession with the bridegroom. Riding a decorated horse, Ramlal was overjoyed to see such pomp and splendor. He had never dreamt that his fourth daughter would have such a grand wedding. Boli's elder sister, who had come for the occasion, were envious of her luck. ਹੁਣ ਕੀ ਸੀਗਾ, ਵਿਆਹ ਦਾ ਦਿਨ ਆ ਗਿਆ ਔਰ ਜਿਹੜਾ ਵਿਸ਼ੰਬਰਨਾਥ ਸੀਗਾ ਉਹ ਬਹੁਤ ਵੱਡੇ ਇੱਕ ਜਲੂਸ ਦੇ ਰੂਪ ਚ ਆਪਣੀ ਬਰਾਤ ਲੈ ਕੇ ਆਇਆ, ਉਹਦੇ ਅੱਗੇ ਬੈਂਡ ਵੱਜ ਰਿਹਾ ਸੀਗਾ। ਰਾਮ ਲਾਲ ਵੀ ਖੁਸ਼ ਸੀਗਾ ਕਿ ਉਹਦੀ ਜਿਹੜੀ ਫੋਰਥ ਡਾਟਰ ਹੈ ਉਹਦੀ ਜਿਹੜੀ ਮੈਰਿਜ ਹੈ ਉਹ ਐਨੇ ਜੋਸ਼ ਦੇ ਨਾਲ ਬਹੁਤ ਵਧੀਆ ਹੋ ਰਹੀ ਹੈ ਔਰ ਜਿਹੜੀਆਂ ਉਹਦੀਆਂ ਦੂਸਰੀਆਂ ਡਾਟਰ ਸੀਗੀਆਂ ਭੋਲੀ ਦੀਆਂ ਸਿਸਟਰਸ ਉਹ ਵੀ ਮੈਰਿਜ ਤੇ ਆਈਆਂ ਸੀ, ਉਹਦੇ ਨਾਲ ਜੈਲਸ ਫੀਲ ਕਰ ਰਹੀਆਂ ਸੀਗੀਆਂ ਕਿ ਇਹਦੀ ਜਿਹੜੀ ਮੈਰਿਜ ਹੈ ਉਹ ਕਿੰਨੀ ਵਧੀਆ ਹੋ ਰਹੀ ਹੈ। When the auspicious moment came, the priest said, "Bring the bride." Boli, in a red silken bridal dress, was led to the bride's place near the sacred fire. Garland the bride, one of his friends promoted Vishwambarnath. ਕੀ ਸੀਗਾ auspicious ਮਤਲਬ ਜਿਹੜਾ ਸ਼ੁਭ ਘੜੀ ਸੀਗੀ ਉਹ ਆ ਗਈ। ਪ੍ਰੀਸਟ ਨੇ ਕਿਹਾ ਕਿ ਉਹਨੂੰ ਲਿਆਂਦਾ ਜਾਏ। ਭੋਲੀ ਨੂੰ ਸਿਲਕਨ ਬ੍ਰਾਈਡਲ ਡਰੈਸ ਦੇ ਵਿੱਚ ਲਿਆਂਦਾ ਗਿਆ ਔਰ ਵਿਸ਼ੰਬਰਨਾਥ ਦੇ ਇੱਕ ਦੋਸਤ ਨੇ ਕਿਹਾ ਕਿ ਉਹਨੂੰ ਮਾਲਾ ਪਹਿਨੋ। The bridegroom lifted the band of marigolds. A woman slicked back silken veil from the bride's face. Vishwambar took a quick glance. The garland remained poised in hands. The bride slowly pulled down the veil over her. "Have you seen her?" said Vishwambar to the friend next to him. "She has pock marks on her face." "So what? You are not young either." "Maybe, but if I am to marry her, her father must give me 5,000 rupees." ਹੁਣ ਕੀ ਹੋਇਆ, ਜਿਵੇਂ ਹੀ ਬ੍ਰਾਈਡ ਗਰੂਮ ਨੇ ਮਾਲਾ ਚੁੱਕੀ ਉਹਦੇ ਪਾਉਣ ਲਈ, ਇੱਕ ਔਰਤ ਨੇ ਕੀ ਕੀਤਾ, ਉਹਦੇ ਪਿੱਛੋਂ ਦੁਪੱਟਾ ਸੀ ਥੋੜਾ ਪਿੱਛੇ ਕਰਤਾ, ਉਹਦਾ ਜਿਹੜਾ ਘੁੰਡ ਸੀਗਾ ਉੱਪਰ ਹੋ ਗਿਆ। ਤਾਂ ਜਿਹੜਾ ਵਿਸ਼ੰਬਰਨਾਥ ਦੇ ਨੇ ਦੇਖ ਲਿਆ ਕਿ ਉਹਦੇ ਜਿਹੜੇ ਫੇਸ ਆ ਉਹਤੇ ਪੌਕ ਮਾਰਕਸ ਨੇ ਤੇ ਉਹਦੀ ਮਾਲਾ ਸੀ ਜਿਹੜੀ ਉਹ ਹੱਥ 'ਚ ਫੜੀ ਰਹਿ ਗਈ ਉਹਨੀ ਉਹਦੇ। ਔਰ ਵਿਸ਼ੰਬਰਨਾਥ ਨੇ ਆਪਣੇ ਨਾਲ ਦੇ ਫਰੈਂਡ ਨੂੰ ਕਿਹਾ ਕਿ ਤੂੰ ਦੇਖਿਆ ਉਹਦਾ ਫੇਸ ਕਿਦਾਂ ਦਾ, ਕਿ ਮੈਂ ਨਹੀਂ ਕਰ ਸਕਦਾ ਇਹਦੇ ਨਾਲ ਮੈਰਿਜ। ਤਾਂ ਉਹਦਾ ਫਰੈਂਡ ਨਾ ਫੇਰ ਕੀ ਹੋਇਆ, ਤੂੰ ਕਿਹੜਾ ਬਹੁਤ ਯੰਗ ਹੈ, ਤੂੰ ਵੀ ਤਾਂ 올ਡ ਹੈ ਨਾ ਔਰ ਉੱਪਰੋਂ ਦੀ ਲੰਗੜਾ ਕੇ ਚੱਲਦਾ ਹੈ। ਤਾਂ ਕਹਿੰਦਾ ਕੁਝ ਵੀ ਹੋਵੇ, ਜੇ ਮੇਰੇ ਨਾਲ ਮੈਰਿਜ ਕਰਨੀ ਹੈ ਫਿਰ ਇਹਦੇ ਫਾਦਰ ਨੂੰ ਮੈਨੂੰ ਡੌਰੀ ਦੇਣੀ ਪਈ, 5,000 ਰੁਪੀਸ ਦੇਣੇ ਪੈਣਗੇ। Ramlal went and placed his turban at Vishwambar's feet. "Don't humiliate me so. Take 2,000 rupees. No, 5,000 or we go back. Keep your daughter. Be a little considerate, please. If you go back, I can never show my face in the blaze." "Then out with 5,000. Tears streaming down his face, Ramlal went in, opened the safe and counted out the notes. He placed the bundle at the bridegroom's feet. ਕੀ ਹੋਇਆ, ਰਾਮਲਾਲ ਨੇ ਆਪਣੀ ਪਗੜੀ ਉਤਾਰ ਕੇ ਉਹਦੇ ਪੈਰਾਂ 'ਚ ਰੱਖੀ ਕਿ ਏਦਾਂ ਨਾ ਕਰਕੇ ਜੇ ਤੂੰ ਏਦਾਂ ਵਾਪਸ ਚਲਾ ਗਿਆ ਮੇਰੀ ਲੜਕੀ ਦਾ ਕੀ ਹੋਏਗਾ, ਕਿ ਮੈਨੂੰ ਤਾਂ ਬੇਇੱਜ਼ਤੀ ਹੋਏਗੀ ਮੇਰੀ ਪਿੰਡ ਦੇ ਵਿੱਚ। ਪਰ ਉਹ ਕਹਿੰਦਾ ਨਹੀਂ, ਜੇ ਕਰਨਾ ਤਾਂ 5,000 ਹੀ ਚਾਹੀਦੇ ਆ। ਔਰ ਰਾਮਲਾਲ ਉਹਨੂੰ 2,000 ਦੇਣ ਲਈ ਤਿਆਰ ਹੋ ਗਿਆ ਸੀ ਕਿ 2,000 ਦੇਣਾ, ਪਰ ਉਹ ਕਹਿੰਦਾ ਨਹੀਂ, 5,000 ਚਾਹੀਦਾ, ਨਹੀਂ ਤਾਂ ਅਸੀਂ ਵਾਪਸ ਚਲੇ ਜਾਵਾਂਗੇ। ਤਾਂ ਫਿਰ ਔਰ ਕੀ ਹੈਗਾ, ਕਹਿੰਦਾ ਜੇ ਕਰਨੇ ਆ ਮੈਰਿਜ ਤਾਂ 5,000 ਦੇ ਨਾਲ ਹੀ ਬਾਹਰ ਆ। ਤਾਂ ਵਿਚਾਰੇ ਦੇ ਟੀਅਰ ਸੀ ਜਿਹੜੇ ਉਹਦੇ ਫੇਸ ਤੋਂ ਜਾ ਰਹੇ ਸੀਗੇ। ਰਾਮਲਾਲ ਅੰਦਰ ਗਿਆ, ਆਪਣੀ ਉਹਨੇ ਅਲਮੀਰਾ ਖੋਲੀ, ਉਹਦੇ ਵਿੱਚੋਂ ਪੈਸੇ ਗਿਣੇ ਔਰ ਬੰਡਲ 5,000 ਦਾ ਲਿਆ ਕੇ ਉਹਦੇ ਪੈਰਾਂ 'ਚ ਰੱਖਤਾ। ਤਾਂ ਹੁਣ ਦੇਖੋ ਅੱਗੇ ਕੀ ਹੁੰਦਾ, ਜਿਹੜੀ ਸਟੈਮਰਿੰਗ ਕਰ ਰਹੀ ਸੀ ਗੱਲ ਉਹ ਅੱਗੇ ਕੀ ਕਰਦੀ ਹੈ। On Vishwambar's greedy face, he had gambled and won. "Give me the garland," he announced. ਵਿਸ਼ੰਬਰ ਸੀ ਜਿਹੜਾ, ਉਹਦੇ ਲਾਲਚੀ ਚਿਹਰੇ ਦੇ ਉੱਪਰ ਮੁਸਕਰਾਹਟ ਆ ਗਈ ਕਿ ਮੈਂ ਤਾਂ ਜਿੱਤ ਗਿਆ, ਕਿ ਉਹਦੇ ਫਾਦਰ ਨੇ ਮੈਨੂੰ 5,000 ਦੇਤਾ ਔਰ ਖੁਸ਼ੀ ਦੇ ਨਾਲ ਕਹਿ ਰਿਹਾ ਕਿ ਮੈਨੂੰ ਗਾਰਲੈਂਡ ਦਿਓ, ਮੈਂ ਉਹਦੇ ਪਾਵਾਂ। ਹੁਣ ਦੇਖੋ ਅੱਗੇ ਉਹ ਕੀ ਕਰਦੀ ਹੈ, ਗਾਰਲੈਂਡ ਪਵਾਉਂਦੀ ਹੈ ਕਿ ਨਹੀਂ ਕਰ। Once again the veil was slipped back from the bride's face, but this time her eyes were not downcast. She was looking up, looking straight at her prospective husband, and in her eyes there was neither anger nor hate, only cold contempt. ਇੱਕ ਵਾਰ ਹੁਣ ਫਿਰ ਉਹਦਾ ਜਿਹੜਾ ਘੁੰਡ ਸੀਗਾ ਉੱਪਰ ਉੱਠਦਾ ਹੈ ਔਰ ਕੀ ਸੀਗਾ, ਔਰ ਇਸ ਟਾਈਮ ਤੇ ਉਹਦੀਆਂ ਅੱਖਾਂ ਸੀਗੀਆਂ ਝੁਕੀਆਂ ਨਹੀਂ ਸੀ ਹੋਈਆਂ ਔਰ ਸਿੱਧਾ ਦੇਖ ਰਹੀ ਸੀ ਕਿਹਦੇ ਵੱਲ, ਆਪਣੇ ਜਿਹੜਾ ਪ੍ਰਸਪੈਕਟਿਵ ਮਤਲਬ ਉਹਦਾ ਹੋਣ ਵਾਲਾ ਹਸਬੈਂਡ ਸੀ ਉਹਦੇ ਵੱਲ।
और ਉਹਦੀਆਂ ਅੱਖਾਂ ਦੇ ਵਿੱਚ ਨਾ ਗੁੱਸਾ ਸੀ और ना ही नफरत सी, सिर्फ कोल्ड कंटेम्प्ट सी, पूरी संतुष्टि। Bishambar raised the garland to place it round the bride's neck, but before he could do so, Bholi's hand struck out like a streak of lightning and garland was flung into the fire. She got and threw away the veil. Pitaji said Bholi in a clear loud voice, and her father, mother, sister, brothers, relations and neighbors were startled to hear her speak without even the slightest stammer. ਕੀ ਹੋਇਆ? ਬਿਸ਼ੰਬਰ ਨੇ ਜਿਵੇਂ ਹੀ ਉਹਦੀ ਚੁੱਕੀ ਮਾਲਾ ਪਾਉਣ ਦੇ ਲਈ ਤਾਂ ਉਹਨੇ ਕੀ ਕੀਤਾ ਕਿ ਉਸ ਤੋਂ ਪਹਿਲਾਂ ਪਾਉਂਦਾ ਭੋਲੀ ਨੇ ਇੱਕ ਮਤਲਬ ਆਪਣੇ ਹੈਂਡ ਦੇ ਨਾਲ ਜਿਵੇਂ ਬਿਜਲੀ ਦੀ ਤਰ੍ਹਾਂ ਉਹਦੀ ਜਿਹੜੀ ਮਾਲਾ ਸੀਗੀ ਪਰੇ ਮਾਰੀ ਔਰ ਉਹ ਕਿੱਥੇ ਚਲੀ ਗਈ? ਫਾਇਰ ਦੇ ਉੱਪਰ। ਉਸਨੇ ਕੀ ਬੋਲਿਆ ਕਲੀਅਰ ਦੀ ਆਵਾਜ਼ ਦੇ ਵਿੱਚ, ਪਿਤਾ ਜੀ ਔਰ ਸਾਰੇ ਜਿੰਨੇ ਵੀ ਉੱਥੇ ਇਕੱਠੇ ਹੋਏ ਸੀ ਉਹਦੇ ਫਾਦਰ, ਮਦਰ, ਸਿਸਟਰ, ਰਿਲੇਸ਼ਨਸ ਜਾਂ ਨੇਬਰ, ਸਾਰੇ ਹੈਰਾਨ ਰਹਿ ਗਏ ਕਿ ਉਹ ਬੋਲੀ ਬਿਨਾਂ ਕਿਸੇ ਹਿਚਕਚਾਹਟ ਦੇ, ਬਿਨਾਂ ਤੁਤਲਾਏ, ਪਿਤਾ ਜੀ ਟੇਕ ਬੈਕ ਯੂਅਰ ਮਨੀ, ਆਈ ਐਮ ਨੋਟ ਗੋਇੰਗ ਟੂ ਮੈਰੀ ਦਿਸ ਮੈਨ, ਕਿ ਜਿਹੜੇ ਪੈਸੇ ਆਪਣੇ ਉਹ ਵਾਪਸ ਲੈ ਜਾਓ, ਮੈਂ ਇਹਦੇ ਨਾਲ ਮੈਰਿਜ ਨਹੀਂ ਕਰਾਂਗੀ। ਰਾਮ ਲਾਲ ਵਾਸ ਥੰਡਰਸਟ੍ਰਕ, ਦ ਗੈਸਟ ਬਿਗਨ ਟੂ ਵਿਸਪਰ, ਸੋ ਸ਼ੇਮਲੈਸ, ਸੋ ਅਗਲੀ ਐਂਡ ਸੋ ਸ਼ੇਮਲੈਸ। ਰਾਮ ਲਾਲ ਸੀ ਜਿਹੜਾ ਉਹ ਵੀ ਹੈਰਾਨ ਰਹਿ ਗਿਆ, ਉਹਨੂੰ ਮਤਲਬ ਇੱਕ ਤਰ੍ਹਾਂ ਨਾਲ ਸ਼ੌਕ ਲੱਗਦਾ ਹੈ। ਜਿਹੜੇ ਗੈਸਟ ਹੁੰਦੇ ਆ ਉਹ ਸਾਰੇ ਵਿਸਪਰਿੰਗ ਕਰਨੇ ਸ਼ੁਰੂ ਕਰ ਦਿੰਦੇ ਆ ਕਿ ਕਿੰਨੀ ਬੇਸ਼ਰਮ ਲੜਕੀ ਹੈ, ਕਿੰਨੀ ਭੱਦੀ ਆ ਔਰ ਕਿੰਨੀ ਉੱਪਰੋਂ ਬੇਸ਼ਰਮੀ ਵਾਲੀ ਗੱਲ ਕਰਦੀ ਹੈ, ਇਹਦੇ ਨਾਲ ਮੈਰਿਜ ਕੌਣ ਕਰੂਗਾ? ਕਿ ਕਹਿ ਰਹੀ ਹੈ ਮੈਂ ਕਰਨੀ ਨਹੀਂ। ਭੋਲੀ ਆਰ ਯੂ ਕ੍ਰੇਜ਼ੀ? ਸ਼ਾਊਟਡ ਰਾਮ ਲਾਲ, ਯੂ ਵਾਂਟ ਟੂ ਡਿਸਗ੍ਰੇਸ ਯੂਅਰ ਫੈਮਿਲੀ, ਹੈਵ ਸਮ ਰਿਗਾਰਡ ਫॉर ਯੂਅਰ ਇੱਜ਼ਤ। For the sake of your ijjat, said Bholi, I was willing to marry this lame old man, but I will not have such a mean, greedy and contemptible coward as my husband. I would not. ਤਾਂ ਉਹਦਾ ਫਾਦਰ ਕਹਿ ਰਿਹਾਗਾ ਕਿ ਤੂੰ ਕੀ ਪਾਗਲ ਹੋ ਗਈ ਹੈ, ਤੂੰ ਫੈਮਿਲੀ ਦੀ ਤੈਨੂੰ ਇੱਜ਼ਤ ਦਾ ਖਿਆਲ ਨਹੀਂ ਹੈ, ਤੂੰ ਬੇਇੱਜ਼ਤੀ ਕਰ ਰਹੀ ਹੈ ਫੈਮਿਲੀ ਦੀ। ਤਾਂ ਭੋਲੀ ਅੱਗੋਂ ਜਵਾਬ ਦਿੰਦੀ ਹੈ ਕਿ ਮੈਂ ਫੈਮਿਲੀ ਦੀ ਇੱਜ਼ਤ ਲਈ ਇਹ ਕਰਨ ਜਾ ਰਹੀ ਸੀ ਕਿ ਮੇਰੇ ਤੋਂ ਇੰਨੀ ਵੱਡੀ ਏਜ ਦਾ ਸੀਗਾ ਜਿਹੜਾ ਉਹਦੇ ਨਾਲ ਮੈਰਿਜ ਕਰ ਰਹੀ ਸੀ ਔਰ ਲੱਗੀ ਸੀਗਾ, ਪਰ ਏਦਾਂ ਦੇ ਆਦਮੀ ਨਾਲ ਨਹੀਂ ਮੈਂ ਕਰੂੰਗੀ ਜਿਹੜਾ ਇੰਨਾ ਲਾਲਚੀ ਹੈ, ਮਤਲਬੀ ਹੈ। What a shameless girl. We all thought she was a harmless dumb cow. ਸਾਰੇ ਹੁਣ ਉੱਥੇ ਗੱਲਾਂ ਕਰਨ ਲੱਗੇ ਕਿ ਕਿੱਦਾਂ ਦੀ ਬੇਸ਼ਰਮ ਲੜਕੀ, ਅਸੀਂ ਤੈਨੂੰ ਕਹਿੰਦੇ ਡੰਬ ਕਾਉ ਹੀ ਸਮਝਦੇ ਰਹੇ ਸੀਗੇ ਕਿ ਕਿਸੇ ਨੂੰ ਕੋਈ ਨੁਕਸਾਨ ਹੀ ਨਹੀਂ ਪਹੁੰਚਾ ਸਕਦੀ, ਇਹ ਤਾਂ ਗੁੰਗੀ ਕਾਂ ਦੀ ਤਰ੍ਹਾਂ। Bholi turned violently on the old woman. Yes, auntie, you are right. You all thought I was a dumb tribal cow. That's why you wanted to hand me over to this heartless creature. But now the dumb cow, the stammering fool is speaking. Do you want more? ਤਾਂ ਭੋਲੀ ਵੀ ਅੱਗੋਂ ਬੋਲੀ, ਉੱਥੇ ਬਜ਼ੁਰਗ ਔਰਤ ਕੋਈ ਗੱਲਾਂ ਕਰ ਰਹੀ ਸੀ, ਕਹਿੰਦੀ ਮੈਂ ਹਾਂ, ਤੁਸੀਂ ਸਾਰੇ ਮੈਨੂੰ ਇਹੀ ਸਮਝਦੇ ਰਹੇ ਕਿ ਡੰਬ ਡਰਾਈਵਿੰਗ ਕਹੋ, ਜਿੱਥੇ ਮਰਜ਼ੀ ਇਹਨੂੰ ਭੇਜ ਦਿਓ, ਤੇ ਇਸੇ ਕਰਕੇ ਤੁਸੀਂ ਮੈਨੂੰ ਇਸ ਹਾਰਟਲੈਸ ਕ੍ਰੀਚਰ ਮਤਲਬ ਪਸ਼ੂ ਵਰਗੇ ਆਦਮੀ ਦੇ ਹੱਥ ਦੇਣ ਲੱਗੇ ਸੀਗੇ। ਪਰ ਹੁਣ ਜਿਹੜੀ ਡੰਬ ਕਾਉ ਹੈ, ਸਟੈਮਰਿੰਗ ਫੂਲ ਹੈ, ਤੁਤਲਾ ਕੇ ਬੋਲਣ ਵਾਲੀ ਮੂਰਖ ਲੜਕੀ ਹੈ, ਉਹ ਬੋਲ ਰਹੀ ਹੈ। ਡੂ ਯੂ ਵਾਂਟ ਟੂ ਹੀਅਰ ਮੋਰ? ਕੀ ਹੋਰ ਕੁਝ ਸੁਣਨਾ ਤੁਸੀਂ ਮੇਰੇ ਤੋਂ? ਬਿਸ਼ੰਬਰ ਨਾਥ ਦਾ ਗ੍ਰੋਸਰ ਸਟਾਰਟਡ ਟੂ ਗੋ ਬੈਕ ਵਿਦ ਹਿਸ ਪਾਰਟੀ। The confused bandsman thought this was the end of the ceremony and struck up a closing song. ਹੁਣ ਬਿਸ਼ੰਬਰ ਸੀਗਾ ਜਿਹੜਾ ਉਹ ਕੀ ਹੋਇਆ? ਵਾਪਸ ਚਲਿਆ ਗਿਆ, ਜਾਣਾ ਸ਼ੁਰੂ ਹੋ ਗਿਆ। ਔਰ ਜਿਹੜੀ ਉੱਥੇ ਬੈਂਡ ਪਾਰਟੀ ਸੀ ਉਹਨਾਂ ਨੂੰ ਕੀ ਲੱਗਿਆ ਕਿ ਮੈਰਿਜ ਹੈ ਜਿਹੜੀ ਉਹ ਹੋ ਚੁੱਕੀ ਹੈ, ਤਾਂ ਉਹਨਾਂ ਨੇ ਐਂਡ ਆਫ ਦਾ ਸੈਰਮਨੀ ਤੇ ਜਿਹੜੀ ਟਿਊਨ ਵਜਾਈ ਜਾਂਦੀ ਉਹ ਵਜਾਣੀ ਸ਼ੁਰੂ ਕਰਤੀ। ਰਾਮ ਲਾਲ stood rooted to the ground, his head bowed low with the weight of grief and shame. ਰਾਮ ਲਾਲ ਉੱਥੇ ਏਦਾਂ ਖੜਾ ਰਿਹਾ ਜਿਵੇਂ ਧਰਤੀ ਦੇ ਨਾਲ ਹੀ ਗੱਡਿਆ ਹੋਵੇ, ਔਰ ਉਹਦਾ ਸਿਰ ਝੁਕ ਗਿਆ ਔਰ ਜਿਵੇਂ ਉਹ ਬਹੁਤ ਦੁੱਖ ਦੇ ਨਾਲ ਤੇ ਸ਼ਰਮ ਦੇ ਨਾਲ ਭਰ ਗਿਆ। ਇੱਥੋਂ ਬੱਚੇ ਸੀ ਜਿਹੜਾ ਕੁਐਸਚਨ ਆਂਦਾ ਕਿ why did Bholi refuse to marry Bishambar? Important question है राजे। The flames of the sacred fire slowly died down. Everyone was gone. Ram Lal turned to Bholi and said, "But what about you? No one will ever marry you now. What shall we do with you?" And Slekha said in a voice that was calm and steady, "Don't you worry, Pitaji. In your old days, I will serve you and mother, and I will teach in the same school where I learned so much. Is not that?" ਹੁਣ ਕੀ ਸੀਗਾ? ਸਾਰੇ ਚਲੇ ਗਏ, ਪਰ ਜਿਹੜਾ ਰਾਮ ਲਾਲ ਸੀ ਉਹ ਭੋਲੀ ਵੱਲ ਮੁੜਿਆ ਤੇ ਉਹਨੂੰ ਕਹਿ ਰਿਹਾ ਤੇਰਾ ਕੀ ਹੋਊਗਾ, ਤੇਰੇ ਨਾਲ ਕੌਣ ਮੈਰਿਜ ਕਰੂਗਾ, ਮੈਂ ਤੇਰਾ ਕੀ ਕਰੂੰਗਾ, ਕਿ ਤੇਰੇ ਨਾਲ ਕਿਸੇ ਨੇ ਮੈਰਿਜ ਨਹੀਂ ਕਰਨੀ ਤੇ ਤੇਰਾ ਕੀ ਹੋਏਗਾ। ਔਰ ਸਲੇਖਾ ਸੀ ਜਿਹੜੀ ਉਹ ਬੜੀ ਕਾਮ ਸ਼ਾਂਤ ਵਾਲੀ ਆਵਾਜ਼ ਦੇ ਵਿੱਚ ਕਹਿ ਰਹੀ ਹੈ ਕਿ ਡੋਂਟ ਵਰੀ ਪਿਤਾ ਜੀ, ਕੋਈ ਚਿੰਤਾ ਦੀ ਲੋੜ ਨਹੀਂ, ਮੈਂ ਤੁਹਾਡੀ ਸੇਵਾ ਕਰਾਂਗੀ ਬੁਢਾਪੇ ਦੇ ਵਿੱਚ।
ਜਦੋਂ ਤੁਸੀਂ ਤੇ ਮਦਰ ਬੁੱਢੇ ਹੋ ਜਾਓਗੇ ਮੈਂ ਤੁਹਾਡੀ ਸੇਵਾ ਕਰਾਂਗੀ ਤੇ ਮੈਂ ਉਸੇ ਸਕੂਲ ਦੇ ਵਿੱਚ ਪੜਾਵਾਂਗੀ ਜਿੱਥੋਂ ਮੈਂ ਇੰਨਾ ਕੁਝ ਸਿੱਖਿਆ, ਜਿੱਥੋਂ ਮੇਰੇ ਚ ਇੰਨਾ ਕੌਨਫੀਡੈਂਸ ਆਇਆ। ਔਰ ਉਹਦੀ ਮੈਮ ਵੀ ਉੱਥੇ ਖੜੀ ਹੁੰਦੀ ਹੈ ਔਰ ਮੈਮ ਨੂੰ ਪੁੱਛਦੀ ਹੈ ਕਿ ਠੀਕ ਨਹੀਂ ਹੈ ਮੈਮ? The teacher had all along stood in a corner watching the drama. Yes, Bholi, of course, she replied, and in her smiling eyes was the light of a deep satisfaction that an artist feels when contemplating the completion of her masterpiece. ਟੀਚਰ ਸੀ ਉਹਦੀ ਜਿਹੜੀ ਇੱਕ ਕਾਰਨਰ ਦੇ ਵਿੱਚ ਖੜੀ ਹੋਈ ਸਾਰਾ ਕੁਝ ਜਿਹੜਾ ਡਰਾਮਾ ਹੋ ਰਿਹਾ ਸੀ ਉਹ ਦੇਖ ਰਹੀ ਸੀ ਔਰ ਇੱਕ ਉਹ ਕੰਟੈਂਪਟੈਂਟ ਦੇ ਵਿੱਚ ਮਤਲਬ ਕਿ ਉਹਦੀ ਸੈਟੀਸਫੈਕਸ਼ਨ ਸੀ ਉਹਦੇ ਅੰਦਰ ਕਿ ਮੈਂ ਜੋ ਮਾਸਟਰਪੀਸ ਤਿਆਰ ਕੀਤਾ ਹੈ, ਜਿੱਦਾਂ ਕੋਈ ਮੰਨ ਲਓ ਬੁੱਤ ਘਾੜਾ ਕਹਿ ਲਓ ਕਿ ਉਹ ਬੁੱਤ ਨੂੰ ਤਰਾਸ਼ ਕੇ ਜਦੋਂ ਬੁੱਤ ਨੂੰ ਬਣਾ ਦਿੰਦਾ ਹੈ ਤਾਂ ਉਹਦੇ ਅੰਦਰ ਸੈਟੀਸਫੈਕਸ਼ਨ ਆਉਂਦੀ ਹੈ ਕਿ ਮੇਰਾ ਮਾਸਟਰਪੀਸ ਤਿਆਰ ਹੋ ਗਿਆ। ਤਾਂ ਉਹਦੀ ਟੀਚਰ ਦੇ ਅੰਦਰ ਵੀ ਉਹ ਸੈਟੀਸਫੈਕਸ਼ਨ ਸੀ ਕਿ ਜੋ ਮੈਂ ਜਿਹਨੂੰ ਬਣਾਇਆ ਉਹ ਵਾਕਿਆ ਹੀ ਜਿਹੜੀ ਲੜਕੀ ਹੈ ਇੰਨੀ ਕੁ ਕਾਬਲ ਬਣ ਗਈ ਹੈ ਕਿ ਉਹ ਆਪਣਾ ਫੈਸਲਾ ਲੈ ਸਕਦੀ ਹੈ। ਤਾਂ ਬੱਚੇ ਇਸ ਸਟੋਰੀ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਟੀਚਰ ਨੇ ਇੱਕ ਉਸ ਲੜਕੀ ਦੀ ਜਿਹੜੀ ਲਾਈਫ ਸੀ ਪੂਰੀ ਦੀ ਪੂਰੀ ਬਦਲਤੀ, ਜਿਹੜੀ ਨੂੰ ਕਿ ਸਾਰੇ ਲੋਕ ਕੀ ਸਮਝਦੇ ਸੀਗੇ ਕਿ ਉਹ ਫੂਲ ਹੈ ਲੜਕੀ, ਲੈਕ ਆਫ ਇੰਟੈਲੀਜੈਂਸ ਹੈ, ਲੈਕ ਆਫ ਸੈਂਸ ਹੈ ਉਹਦੇ ਵਿੱਚ। ਤਾਂ ਉਹਦੇ ਅੰਦਰ ਇੱਕ ਟੀਚਰ ਨੇ ਇੰਨਾ ਕੁ ਕੌਨਫੀਡੈਂਸ ਭਰਤਾ ਕਿ ਉਹਨੇ ਆਪਣੀ ਜ਼ਿੰਦਗੀ ਦਾ ਜਿਹੜਾ ਫੈਸਲਾ ਸੀ ਉਹ ਖੁਦ ਲੈ ਸਕੀ। ਉਹ ਉਮੀਦ ਹੈ ਬੱਚਿਓ ਤੁਹਾਨੂੰ ਇਹ ਸਟੋਰੀ ਹੈ ਜਿਹੜੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਬੱਚੇ ਇਹਦੇ ਕੁਐਸਚਨ ਆਨਸਰਸ ਨੇ ਜਿਹੜੇ ਮੈਂ ਤੁਹਾਨੂੰ ਦੱਸਦੇ ਨੇ ਇੰਪੋਰਟੈਂਟ ਜਿਹੜੇ ਆਂਦੇ ਨੇ। ਕਰੈਕਟਰ ਸਕੈਚ ਹੈ ਭੋਲੀ ਦਾ, ਉਹਦੇ ਤੇ ਕੁਐਸਚਨ ਆ ਸਕਦਾ ਹੈ। ਲੈਸਨ ਦਾ ਥੀਮ ਹੈ ਜਿਹੜਾ ਉਹ ਤੇ ਕੁਐਸਚਨ ਆਏਗਾ, ਲੌਂਗ ਕੁਐਸਚਨ। ਬਾਕੀ ਸ਼ਾਰਟ ਕੁਐਸਚਨ, ਵਾਈ ਵਾਜ਼ ਰਾਮਲਾਲ ਬਰੀਡ ਅਬਾਊਟ ਭੋਲੀ, or why did Bholi refuse to marry Bishambar? These are the important questions of this lesson. ਬੱਚੇ ਤੁਸੀਂ ਜੇਕਰ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਜੋ ਮੈਂ ਸਟੋਰੀ ਪੜ੍ਹਾਈ ਹੈ ਕਿਵੇਂ ਦੀ ਲੱਗੀ ਹੈ, ਔਰ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹੋਰ ਜਿਹੜਾ ਹੈਗੀ ਇੰਪਰੂਵਮੈਂਟ ਹੋ ਸਕੇ। ਧੰਨਵਾਦ ਪਿਆਰੇ ਬੱਚਿਓ।